ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ 'ਚ ਤੁਹਾਡਾ ਸਵਾਗਤ ਆ। ਅੱਜ ਅਸੀਂ ਏਸ਼ੀਆ ਪੜ੍ਹਨ ਜਾ ਰਹੇ ਹਾਂਗੇ। ਟੌਪਿਕ ਜਿਹੜਾ ਜਗਰਾਫੀ ਦਾ ਗਾ। ਇਸ ਤੋਂ ਪਹਿਲਾਂ ਜਗਰਾਫੀ ਦੀਆਂ ਆਪਣੀਆਂ 2 ਵੀਡੀਓ ਬਣ ਚੁੱਕੀਆਂ ਨੇ। ਉਹ ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਦੇ YouTube ਚੈਨਲ 'ਤੇ ਮਿਲ ਜਾਣਗੀਆਂ ਤੁਹਾਨੂੰ ਪਲੇਲਿਸਟ ਦੇ ਵਿੱਚ। ਉਹਨਾਂ ਨੂੰ ਜਾ ਕੇ ਜ਼ਰੂਰ ਦੇਖਿਓ, ਤਾਂ ਹੀ ਤੁਹਾਨੂੰ ਇਹ ਜਿਹੜੀ ਆ ਵੀਡੀਓ ਆ ਸਮਝ ਆਊਗੀ। ਠੀਕ ਹੈ ਜੀ। ਅਤੇ ਅੱਜ ਆਪਾਂ ਜਿਹੜਾ ਟੌਪਿਕ ਆ ਉਹਦਾ ਨਾਮ ਹੈਗਾ ਏਸ਼ੀਆ। ਚਲੋ ਸਟਾਰਟ ਕਰਦੇ ਹਾਂ। ਜਿਹੜਾ ਏਸ਼ੀਆ ਹੈਗਾ ਸਾਡੇ ਕੋਲ, ਏਸ਼ੀਆ ਸਭ ਤੋਂ ਪਹਿਲਾਂ ਹੈ ਕਿੱਥੇ ਆ? ਆਹ ਏਸ਼ੀਆ ਗਾ। ਇੱਥੋਂ ਜਿਹੜੀ ਆਹ ਲਾਈਨ ਆ ਸਾਡੇ ਕੋਲ, ਆਹਾ ਇਹ ਹੈਗਾ ਸਾਡੇ ਕੋਲ ਪਰਬਤ ਯੂਰਾਲ ਪਰਬਤ। ਕਿਹੜਾ ਪਰਬਤ ਆ ਜੀ? ਯੂਰਾਲ ਪਰਬਤ। ਯੂਰਾਲ ਪਰਬਤ। ਇਸ ਤੋਂ ਬਾਅਦ ਜਿਹੜਾ ਆਹਾ ਵਾਈਟ ਹੈਗਾ, ਇਹਦਾ ਨਾਮ ਹੈਗਾ ਕੈਸਪੀਅਨ ਸਾਗਰ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਆਹ ਸਾਗਰ ਪਿਆ ਗਾ, ਇਹਦਾ ਨਾਮ ਹੈਗਾ ਕਾਲਾ ਸਾਗਰ, ਬਲੈਕ ਸੀ, ਕਾਲਾ ਸਾਗਰ। ਤੇ ਜਿਹੜਾ ਆਹਾ ਸਾਗਰ ਪਿਆ ਗਾ, ਇਹਦਾ ਨਾਮ ਹੈਗਾ ਗਾ ਭੂਮੱਧ ਸਾਗਰ। ਕਲੀਅਰ ਹੈ ਜੀ। ਤੇ ਜਿਹੜਾ ਆਹਾ ਗਾ, ਇਹਦਾ ਨਾਮ ਹੈਗਾ ਲਾਲ ਸਾਗਰ। ਕਿਹੜਾ ਹੈਗਾ? ਲਾਲ ਸਾਗਰ। ਕਲੀਅਰ ਹੋ ਗਿਆ ਜੀ। ਇੱਥੋਂ ਜਿਹੜੀ ਆਹ ਲਾਈਨਸ ਆ ਐਂ ਕਰਕੇ ਕੱਢੀ ਹੋਈ ਆ, ਇਹਦਾ ਜਿਹੜਾ ਆਹ ਸਾਰੀ ਦਾ ਸਾਰਾ ਪਾਸਾ ਗਾ, ਇਹ ਹੈਗਾ ਏਸ਼ੀਆ। ਸਭ ਤੋਂ ਵੱਡਾ ਮਹਾਂਦੀਪ ਆ 1 ਨੰਬਰ ਦਾ, ਏਸ਼ੀਆ। ਸਮਝ ਲੱਗ ਗਈ ਜੀ। ਤੇ ਇਸ ਤੋਂ ਬਾਅਦ ਇਹ ਲੋਕੇਟ ਕਰਨ ਤੋਂ ਬਾਅਦ ਸਾਨੂੰ ਪੁੱਛਿਆ ਜਾਂਦਾ ਗਾ, ਜਿਹੜਾ ਅਗਲਾ ਕੁਐਸਚਨ ਆਉਂਦਾ ਗਾ, ਇਹਦੀ ਆਪਾਂ ਨਾਰਥ, ਸਾਊਥ, ਈਸਟ, ਵੈਸਟ ਕੱਢਾਂਗੇ। ਆ ਗਿਆ ਇਸ ਤਰ੍ਹਾਂ। ਠੀਕ ਹੈ ਜੀ। ਉੱਪਰ ਨਾਰਥ, ਨੀਚੇ ਸਾਊਥ, ਦੱਖਣ, ਇੱਧਰ ਈਸਟ, ਅਤੇ ਇਹ ਸਾਈਡ ਆ ਜਿਹੜਾ ਵੈਸਟ ਹੈ ਇਹਦੀ। ਹੁਣ ਇੱਥੋਂ ਅਸੀਂ ਈਸਟ ਵੈਸਟ ਕਰਾਂਗੇ। ਇਹਦੇ ਈਸਟ ਦੇ ਵਿੱਚ ਜਿਹੜਾ ਆਹਾ ਗਾ, ਇਹ ਵਾਈਟ ਦਿਖ ਰਿਹਾ ਤੁਹਾਨੂੰ, ਮੈਂ ਦੱਸਿਆ ਸੀ ਇਹ ਕੀ ਆ? ਪ੍ਰਸ਼ਾਂਤ ਮਹਾਸਾਗਰ। ਕਿਹੜਾ ਮਹਾਸਾਗਰ ਆ? ਪ੍ਰਸ਼ਾਂਤ ਮਹਾਸਾਗਰ ਹੈ ਜੀ। ਅਤੇ ਜਿਹੜਾ ਇੱਧਰ ਹੈਗਾ, ਆਹ ਤੁਹਾਨੂੰ ਮੈਂ ਦੱਸ ਹੀ ਦਿੱਤੀ ਬਾਉਂਡਰੀ ਵੀ ਏਸ਼ੀਆ ਦੇ ਵੈਸਟ ਸਾਈਡ ਕੀ ਆ? ਯੂਰਾਲ ਪਰਬਤ ਆ, ਕੈਸਪੀਅਨ ਸਾਗਰ, ਕਾਲਾ ਸਾਗਰ, ਠੀਕ ਹੈ, ਭੂਮੱਧ ਸਾਗਰ ਅਤੇ ਲਾਲ ਸਾਗਰ। ਕਿਹੜੀ ਬਾਉਂਡਰੀ ਹੈ ਇਹ? ਵੈਸਟ ਬਾਉਂਡਰੀ ਹੈ ਜੀ। ਅਤੇ ਇਸ ਤੋਂ ਬਾਅਦ ਜਿਹੜਾ ਉੱਪਰਲਾ ਭਾਗ ਆ, ਇਹ ਹੈਗਾ ਉੱਪਰ ਜਿਹੜਾ ਆਹ ਹੈਗਾ ਸਾਰੇ ਦਾ ਸਾਰਾ, ਇਹ ਹੈਗਾ ਸਾਡੇ ਕੋਲ ਆਰਕਟਿਕ। ਆਰਕਟਿਕ ਮਹਾਸਾਗਰ। ਨਾਰਥ ਬਾਉਂਡਰੀ ਕਿਹਦੇ ਨਾਲ ਲੱਗਦੀ ਆ? ਆਰਕਟਿਕ ਮਹਾਸਾਗਰ ਨਾਲ। ਜਿਹੜੀ ਸਾਊਥ ਬਾਉਂਡਰੀ ਲੱਗਦੀ ਆ ਉਹ ਕਿਹਦੇ ਨਾਲ ਲੱਗਦੀ ਆ? ਹਿੰਦ ਮਹਾਸਾਗਰ ਨਾਲ। ਕਿਹਦੇ ਨਾਲ ਲੱਗਦੇ ਆ ਜੀ? ਹਿੰਦ ਮਹਾਸਾਗਰ ਨਾਲ। ਸਮਝ ਲੱਗ ਗਈ ਜੀ। ਇਹ ਸਾਡੇ ਕੋਲੇ ਬਾਉਂਡਰੀਆਂ ਨੇ। ਈਸਟ ਹੈਗੀ ਪ੍ਰਸ਼ਾਂਤ ਮਹਾਸਾਗਰ ਆ, ਨਾਰਥ ਆ ਆਰਕਟਿਕ ਆ, ਨੀਚੇ ਏਸ਼ੀਆ ਦੇ ਕਈ ਆ ਹਿੰਦ ਮਹਾਸਾਗਰ ਆ, ਅਤੇ ਵੈਸਟ 'ਚ ਕੀ ਆ? ਕੈਸਪੀਅਨ ਸਾਗਰ, ਯੂਰਾਲ ਪਰਬਤ, ਇਹ ਸਾਰਾ ਕੁਛ। ਸਮਝ ਲੱਗ ਗਈ ਜੀ। ਇਹ ਆ ਸਾਡਾ ਏਸ਼ੀਆ ਦਾ ਬਾਉਂਡਰੀਜ਼। ਹੁਣ ਜਿਹੜੀ ਅਗਲਾ ਆਪਾਂ ਕਰਨ ਜਾ ਰਹੇ ਹਾਂ, ਇਹਦੇ ਵਿੱਚੋਂ ਹੁਣ ਆਹ ਦੇਖੋ, ਆਹ ਪੂਰੇ ਦਾ ਪੂਰਾ ਏਸ਼ੀਆ ਸਾਡੇ ਕੋਲ। ਜਿਹੜਾ ਰੈੱਡ ਕਲਰ ਦਾ ਗਾ, ਇਹ ਕੀ ਆ ਸਾਡੇ ਕੋਲ? ਇਹ ਏਸ਼ੀਆ ਹੈਗਾ। ਆਹ ਸਾਰੇ ਦਾ ਸਾਰਾ। ਠੀਕ ਹੈ ਜੀ। ਤੁਹਾਨੂੰ ਦਿਖ ਰਿਹਾ ਹੋਊਗਾ। ਇੱਥੋਂ ਕਲਰ ਚੇਂਜ ਕਰ ਲੈਂਦੇ ਆਪਾਂ, ਰੈੱਡ ਹੀ ਹੈ ਇਹਦਾ ਕਲਰ। ਇੱਥੋਂ ਆਹ ਬਲੈਕ ਕਰਤਾ ਆਪਾਂ ਨੇ। ਆਹ ਜਿਹੜੀ ਆਹ ਬਾਉਂਡਰੀ ਆ, ਠੀਕ ਹੈ ਜੀ। ਆ ਸਾਰੇ ਦੇ ਸਾਰਾ ਹੈਗਾ ਜਿਹੜਾ
ਇੱਥੋਂ ਆ ਸੌਰੀ ਆ ਮਾਲਦੀਪ ਆ ਜਿਹੜਾ ਮਾਲਦੀਪ ਵਗੈਰਾ ਵੀ ਵਿੱਚ ਆਉਂਦਾ ਗਾ ਇੱਥੋਂ ਆ ਚੀਜ਼ ਤੋਂ ਆਹ ਲਾਈਨ ਆ ਜਿਹੜੀ ਆ ਕੱਢੀ ਜਾਂਦੀ ਆ ਆ ਸਾਰੇ ਦਾ ਸਾਰਾ ਆਹ ਮਾਲਦੀਪ ਆ ਇੰਡੋਨੇਸ਼ੀਆ ਉੱਪਰ ਦੀ ਜਿਹੜਾ ਆ ਹਿੱਸਾ ਰੈੱਡ ਕਲਰ ਦਾ ਠੀਕ ਹੈ ਇਹ ਸਾਰਾ ਕੀ ਹੈਗਾ 1 ਨੰਬਰ ਦਾ ਮਹਾਂਦੀਪ ਸਾਡਾ ਏਸ਼ੀਆ ਇਹਦੀ ਤੁਹਾਨੂੰ ਮੈਂ ਈਸਟ ਵੈਸਟ ਕਰਕੇ ਦੱਸਤਾ ਠੀਕ ਹੈ ਜੀ ਜਿਹੜਾ ਏਸ਼ੀਆ ਸ਼ਬਦ ਆ ਏਸ਼ੀਆ ਗਾ ਏਸ਼ੀਆ ਦਾ ਮੀਨਿੰਗ ਕੀ ਆ ਏਸ਼ੀਆ ਸਾਡਾ ਕੋਲ ਜਿਹੜਾ ਹੈਗਾ ਏਸ਼ੀਆ ਸ਼ਬਦ ਹੈਗਾ ਏਸ਼ੀਆ ਹੀਬਰੂ ਭਾਸ਼ਾ ਦੇ ਸ਼ਬਦ ਆਸ਼ੂ ਤੋਂ ਲਿਆ ਗਿਆ ਹੈਗਾ ਕੀ ਤੋਂ ਲਿੱਤਾ ਗਿਆ ਜੀ ਹੀਬਰੂ ਭਾਸ਼ਾ ਦਾ ਸ਼ਬਦ ਹੈਗਾ ਕਿਹੜਾ ਵਰਡ ਆ ਹੀਬਰੂ ਭਾਸ਼ਾ ਦਾ ਸ਼ਬਦ ਹੈਗਾ ਹੀਬਰੂ ਭਾਸ਼ਾ ਦਾ ਸ਼ਬਦ ਆ ਆਸ਼ੂ ਠੀਕ ਹੈ ਜੀ ਹੀਬਰੂ ਭਾਸ਼ਾ ਦਾ ਸ਼ਬਦ ਆਸ਼ੂ ਆ ਉਹ ਤੋਂ ਲੈਤਾ ਗਿਆ ਤੇ ਆਸ਼ੂ ਦਾ ਮਤਲਬ ਕੀ ਹੈਗਾ ਇਹਦਾ ਮਤਲਬ ਕੀ ਆ ਸਾਡੇ ਕੋਲੇ ਇਹਦਾ ਮਤਲਬ ਕੀ ਆ ਆਸ਼ੂ ਦਾ ਚੜ੍ਹਦਾ ਸੂਰਜ ਕੀ ਇਹਦਾ ਮਤਲਬ ਚੜ੍ਹਦਾ ਸੂਰਜ ਸਮਝ ਲੱਗ ਗਈ ਜੀ ਚੜ੍ਹਦਾ ਸੂਰਜ ਆ ਜਿਹੜਾ ਕਿਹਨੂੰ ਕਿਹਾ ਜਾਂਦਾ ਏਸ਼ੀਆ ਨੂੰ ਕਿਹਾ ਜਾਂਦਾ ਚੜ੍ਹਦਾ ਸੂਰਜ ਡਾਰਕ ਕੰਟੀਨੈਂਟ ਜੇ ਕੰਟੀਨੈਂਟ ਪੁੱਛ ਲਿਆ ਤਾਂ ਏਸ਼ੀਆ ਗਾ ਇਸ ਤੋਂ ਬਾਅਦ ਜੇ ਚੜ੍ਹਦੇ ਸੂਰਜ ਦਾ ਦੇਸ਼ ਪੁੱਛ ਲਿਆ ਸਾਨੂੰ ਚੜ੍ਹਦਾ ਸੂਰਜ ਕਿੱਧਰੋਂ ਚੜ੍ਹਦਾ ਗਾ ਸਾਡੇ ਕੋਲੇ ਸੂਰਜ ਦਾ ਕਿੱਧਰੋਂ ਚੜ੍ਹਦਾ ਗਾ ਸੂਰਜ ਈਸਟ ਕੰਨੀ ਚੜ੍ਹਦਾ ਜੀ ਇੱਧਰੋਂ ਈਸਟ ਠੀਕ ਹੈ ਇੱਥੇ ਸੂਰਜ ਦੀਆਂ ਕਿਰਨਾਂ ਸਭ ਤੋਂ ਪਹਿਲਾਂ ਕਿਹੜੇ ਦੇਸ਼ 'ਤੇ ਪੈਂਦੀਆਂ ਨੇਗੀਆਂ ਇੱਥੋਂ ਕਰਕੇ ਸਭ ਤੋਂ ਪਹਿਲਾਂ ਕਿੱਥੇ ਪੈਂਦੀਆਂ ਨੇ ਜਾਪਾਨ 'ਤੇ ਠੀਕ ਹੈ ਜੀ ਇਸ ਕਰਕੇ ਚੜ੍ਹਦੇ ਸੂਰਜ ਦਾ ਦੇਸ਼ ਕਿਹਨੂੰ ਕਿਹਾ ਜਾਂਦਾ ਗਾ ਜਾਪਾਨ ਨੂੰ ਬੋਲਿਆ ਜਾਂਦਾ ਜੀ ਕਿਹਨੂੰ ਬੋਲਿਆ ਜਾਂਦਾ ਜਾਪਾਨ ਆ ਜਿਹੜਾ ਉਹਨੂੰ ਚੜ੍ਹਦੇ ਸੂਰਜ ਦਾ ਕੀ ਬੋਲਿਆ ਗਿਆ ਹੈਗਾ ਦੇਸ਼ ਬੋਲਿਆ ਗਿਆ ਹੈਗਾ ਕਲੀਅਰ ਹੈ ਜੀ ਹਾਂਜੀ ਆ ਜਾਓ ਚੜ੍ਹਦੇ ਸੂਰਜ ਦਾ ਦੇਸ਼ ਕਿਹਨੂੰ ਕਹਿੰਦੇ ਆ ਜਾਪਾਨ ਨੂੰ ਕਹਿੰਦੇ ਆ ਠੀਕ ਹੈ ਜੀ ਤੇ ਅੱਗੇ ਜਿਹੜਾ ਇਹਨੇ ਪੂਰੇ ਵਿਸ਼ਵ ਦਾ ਏਸ਼ੀਆ ਨੇ ਪੂਰੇ ਵਿਸ਼ਵ ਦਾ ਕਿੰਨੇ ਪਰਸੈਂਟ ਭਾਗ ਘੇਰਿਆ ਹੋਇਆ 30% ਪੂਰੇ ਵਿਸ਼ਵ ਦਾ ਆਹ ਹੈਗਾ ਪੂਰਾ ਵਿਸ਼ਵ ਆ ਇਹਦਾ ਇਹਨੇ ਕਿੰਨੇ ਪਰਸੈਂਟ ਭਾਗ ਕੇ ਰੱਖਿਆ ਗਾ 30% 30% ਭਾਗ ਆ ਜਿਹੜਾ ਉਹ ਕਿਹਨੇ ਘੇਰ ਰੱਖਿਆ ਗਾ ਜੀ ਏਸ਼ੀਆ ਨੇ ਘੇਰ ਰੱਖਿਆ ਗਾ ਕਲੀਅਰ ਹੈ ਜੀ ਇਸ ਤੋਂ ਬਾਅਦ ਆ ਜਿਹੜਾ ਅਗਲਾ ਜਿਹੜਾ ਕੁਐਸਚਨ ਇੱਥੋਂ ਆਉਂਦਾ ਹੁੰਦਾ ਏਸ਼ੀਆ ਤੋਂ ਉਹ ਹੈਗਾ ਸਾਡੇ ਕੋਲੇ ਆ ਚੀਜ਼ ਤੋਂ ਜੀ ਹੁਣ ਤੁਹਾਨੂੰ ਦੱਸਿਆ ਵੀ ਜਿਹੜਾ ਯੂਰਪ ਆ ਤੇ ਏਸ਼ੀਆ ਗਾ ਯੂਰਪ ਤੇ ਏਸ਼ੀਆ ਯੂਰਪ ਪਲੱਸ ਏਸ਼ੀਆ ਪਿਛਲੀ ਵੀਡੀਓ 'ਚ ਕੀਤਾ ਸੀ ਆਪਾਂ ਨੇ ਕੀ ਕਹਿੰਦੇ ਇਹਨੂੰ ਯੂਰੇਸ਼ੀਆ ਕੀ ਬੋਲਦੇ ਆ ਜੀ ਯੂਰੇਸ਼ੀਆ ਬੋਲਦੇ ਇਹਨੂੰ ਆਪਾਂ ਯੂਰਪ ਤੇ ਪਲੱਸ ਏਸ਼ੀਆ ਨੂੰ ਕੀ ਕਹਿੰਦੇ ਆ ਯੂਰੇਸ਼ੀਆ ਕਹਿੰਦੇ ਆ ਤੇ ਕੁਐਸਚਨ ਆਉਂਦਾ ਹੁੰਦਾ ਯੂਰੇਸ਼ੀਆ ਨੂੰ ਵੰਡਦਾ ਕੌਣ ਆ ਯੂਰੇਸ਼ੀਆ ਨੂੰ ਕੌਣ ਵੰਡਦਾ ਗਾ ਇੱਥੇ ਤੁਹਾਨੂੰ ਦੱਸਿਆ ਵੀ ਕੀ ਹੈ ਕਿਹੜਾ ਪਰਬਤ ਹੈ ਇਹ ਯੂਰਾਲ ਪਰਬਤ ਵੰਡ ਰਿਹਾ ਯੂਰਪ ਤੇ ਏਸ਼ੀਆ ਨੂੰ ਸਮਝ ਲੱਗ ਗਈ ਜੀ ਤੇ ਅਗਲਾ ਜਿਹੜਾ ਇੱਥੋਂ ਹੋਰ ਕੁਐਸਚਨ ਬਣਦੇ ਨੇਗੇ ਉਹ ਤੁਹਾਨੂੰ ਦੱਸ ਰਿਹਾ ਉਹ ਆਉਂਦੇ ਨੇਗੇ ਜਿਹੜੇ ਕੁਐਸਚਨ ਬਣਦੇ ਨੇ ਅਗਲੇ ਨੇ ਜਿਹੜੇ ਉਹ ਇੱਥੋਂ ਤੁਹਾਨੂੰ ਦੱਸਿਆ ਵੀ ਜਿਹੜਾ ਆਹ ਸਾਰੇ ਦਾ ਸਾਰਾ ਅਫਰੀਕਾ ਮਹਾਂਦੀਪ ਆ ਜਿਹੜਾ ਆਹ ਹੈਗਾ ਯੈਲੋ ਕਲਰ ਪੀਲਾ ਕਲਰ ਹੈਗਾ ਠੀਕ ਹੈ ਤੇ ਆਹ ਰੈੱਡ ਕਲਰ ਵਾਲਾ ਹੈਗਾ ਇਹ ਕਿਹੜਾ ਹੈਗਾ ਏਸ਼ੀਆ ਮਹਾਂਦੀਪ ਇੱਥੋਂ ਜਿਹੜੀ ਆਹ ਲਾਈਨ ਆਉਂਦੀ ਆ
ਆ ਲਾਈਨਸ ਆ ਸਾਡੇ ਕੋਲ ਇੱਕ ਉਰੇ ਇੱਥੇ ਵੰਡਿਆ ਹੋਇਆ ਇਹਨੂੰ ਏਸ਼ੀਆ ਅਤੇ ਅਫਰੀਕਾ ਨੂੰ। ਏਸ਼ੀਆ ਅਤੇ ਅਫਰੀਕਾ ਨੂੰ ਵੰਡਦਾ ਕੌਣ ਆ? ਇਹ ਕੁਐਸਚਨ ਆਉਂਦਾ ਹੁੰਦਾ। ਏਸ਼ੀਆ ਅਤੇ ਅਫਰੀਕਾ ਨੂੰ ਵੰਡਦੀ ਆ ਸਵੇਜ਼ ਨਹਿਰ। ਕਿਹੜੀ ਨਹਿਰ ਬਣਦੀ ਹੈ ਜੀ? ਸਵੇਜ਼ ਨਹਿਰ। ਏਸ਼ੀਆ ਤੇ ਕਿਹੜਾ ਕੰਟੀਨੈਂਟ ਆ ਇਹ? ਅਫਰੀਕਾ। ਕੌਣ ਬਣਦੀ ਆ? ਸਵੇਜ਼ ਨਹਿਰ। ਸਵੇਜ਼ ਨਹਿਰ ਬਣੀ ਕਦੋਂ ਸੀ? ਇਹ ਬਣੀ ਸੀ 1869 ਦੇ ਵਿੱਚ। 1869 ਦੇ ਵਿੱਚ ਸਵੇਜ਼ ਨਹਿਰ ਬਣੀ ਆ। ਇਹ ਕਿਹਨੂੰ ਕਿਹਨੂੰ ਵੰਡਦੀ ਆ? ਅਫਰੀਕਾ ਤੇ ਏਸ਼ੀਆ ਨੂੰ ਵੰਡਦੀ ਆ। ਸਮਝ ਲੱਗ ਗਈ ਜੀ? ਇੱਕ ਕੁਐਸਚਨ ਇੱਥੇ ਆਉਂਦਾ ਹੁੰਦਾ, ਸਵੇਜ਼ ਨਹਿਰ ਕਿਹਨੂੰ ਕਿਹਨੂੰ ਵੰਡਦੀ ਆ? ਅਫਰੀਕਾ ਤੇ ਏਸ਼ੀਆ ਨੂੰ। ਯੂਰਾਲ ਪਰਬਤ ਕਿਹਨੂੰ ਕਿਹਨੂੰ ਵੰਡਦਾ? ਯੂਰਪ ਤੇ ਏਸ਼ੀਆ ਨੂੰ। ਕਲੀਅਰ ਹੈ ਜੀ? ਅਗਲਾ ਜਿਹੜਾ ਇੱਥੋਂ ਇੱਕ ਕੁਐਸਚਨ ਹੋਰ ਬਣਦਾ ਹੁੰਦਾ, ਜਿਹੜਾ ਇੱਧਰੋਂ ਆ, ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜਾ ਆਹ 180 ਡਿਗਰੀ ਆ ਇਹ ਵੀ ਵੰਡਦਾ ਗਾ। ਇਹ ਤੁਹਾਨੂੰ ਦੂਜੇ ਮੈਪ ਤੇ ਦਿਖਾਉਣਾ ਗਾ। ਆਹ ਦੇਖੋ, ਆਹ ਮੈਪ ਆ ਜਿਹੜਾ, ਇਹ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੂਗਾ ਵੀ ਜਿਹੜਾ ਇਹ ਧਰਤੀ ਇਸ ਤਰ੍ਹਾਂ ਗਈ ਗੋਲ ਆ ਨਾ ਗਲੋਬ, ਇਹਨੂੰ ਜੇ ਆਪਾਂ ਜੋੜ ਦਈਏ ਤਾਂ ਕੀ ਬਣ ਜੂਗਾ? ਆਹ ਦੇਖੋ ਇੱਧਰ, ਬੇਰਿੰਗ ਜਲ ਸੰਧੀ, ਬੇਰਿੰਗ ਸੀ। ਇੱਥੋਂ ਜਿਹੜੀ ਆਹ ਆਉਂਦੀ ਆ ਇੱਥੇ ਬਣੀ ਹੋਈ ਆ ਬੇਰਿੰਗ ਜਲ ਸੰਧੀ। ਕਿਹੜੀ ਬਣੀ ਹੋਈ ਆ? ਕਿਹੜੀ ਆ? ਬੇਰਿੰਗ ਜਲ ਸੰਧੀ। ਜਿਹੜੀ ਬੇਰਿੰਗ ਜਲ ਸੰਧੀ ਆ, ਕੁਐਸਚਨ ਹਾਈ ਕੋਰਟ ਦੇ ਪੇਪਰ ਦੇ ਵਿੱਚ ਆਇਆ ਹੋਇਆ ਗਾ ਵੀ ਬੇਰਿੰਗ ਜਲ ਸੰਧੀ ਕਿਹਨੂੰ ਕਿਹਨੂੰ ਵੰਡਦੀ ਆ? ਕਿਹੜੇ ਕਿਹੜੇ ਦੋ ਕੰਟੀਨੈਂਟ ਨੂੰ ਵੰਡਦੀ ਆ? ਬੇਰਿੰਗ ਜਲ ਸੰਧੀ, ਬੇਰਿੰਗ ਸੀ ਇੱਥੇ ਆ ਪਿਆ ਗਾ, ਬੇਰਿੰਗ ਸਾਗਰ, ਉੱਪਰਲਾ ਚੁੱਕੀ ਸਾਗਰ ਹੁੰਦਾ ਗਾ। ਠੀਕ ਹੈ, ਇੱਥੇ ਜਿਹੜੀ ਇਹ ਵੰਡਦੀ ਆ ਬੇਰਿੰਗ ਸੀ ਆ ਜਿਹੜੀ, ਉਹ ਕਿਹਨੂੰ ਕਿਹਨੂੰ ਵੰਡਦੀ ਆ? ਇੱਧਰਲਾ ਕੰਟੀਨੈਂਟ ਆਹ ਜਿਹੜਾ ਇੱਧਰਲਾ ਉਹ ਪਰਲਾ ਪਾਸੇ ਵਾਲਾ ਆ ਗਿਆ। ਆਹ ਕਿਹੜਾ ਆ ਗਿਆ? ਨਾਰਥ ਅਮਰੀਕਾ ਆ ਗਿਆ। ਠੀਕ ਹੈ ਜੀ, ਤੁਹਾਨੂੰ ਵੱਡਾ ਕਰਕੇ ਫਿਰ ਦਿਖਾਉਣਾ, ਫਿਰ ਤੁਹਾਨੂੰ ਸਮਝ ਆ ਜਾਣਾ ਕੀ ਹੈਗਾ। ਆਹ ਦੇਖੋ, ਆਹ ਜਿਹੜਾ ਹੈਗਾ ਬੇਰਿੰਗ ਵਾਲਾ ਆ ਗਿਆ ਸਾਈਡ, ਆਹ ਬੇਰਿੰਗ ਵਾਲੀ ਆ ਗਈ ਸਾਈਡ। ਠੀਕ ਹੈ ਜੀ, ਤੇ ਆਹ ਇੱਧਰਲੀ ਆ ਗਈ। ਇਹ ਕਿਹੜਾ ਗਾ? ਨਾਰਥ ਅਮਰੀਕਾ ਗਾ, ਤੇ ਇੱਧਰਲਾ ਕਿਹੜਾ ਗਾ? ਏਸ਼ੀਆ ਗਾ। ਠੀਕ ਹੈ ਜੀ, ਜਿਹੜੀ ਬੇਰਿੰਗ ਜਲ ਸੰਧੀ ਆ ਕਿਹੜੀ ਹੈਗੀ? ਬੇਰਿੰਗ, ਬੇਰਿੰਗ ਜਲ ਸੰਧੀ ਹੈਗੀ, ਉਹ ਕਿਹਨੂੰ ਕਿਹਨੂੰ ਵੰਡਦੀ ਆ? ਏਸ਼ੀਆ ਅਤੇ ਉੱਤਰੀ ਅਮਰੀਕਾ ਨੂੰ। ਸਮਝ ਲੱਗੀ ਜੀ? ਕਲੀਅਰ ਹੋ ਗਿਆ ਟੌਪਿਕ? ਜਿਹੜੀ ਇਹ ਵੰਡਦਾ ਗਾ ਏਸ਼ੀਆ, ਏਸ਼ੀਆ ਦੀ ਬਾਉਂਡਰੀ ਸਾਈਡੋਂ ਆਸੇ ਪਾਸੇ ਕਿਹਦੇ ਨਾਲ ਲੱਗਦੀ ਆ? ਏਸ਼ੀਆ ਦੀ ਜਿਹੜੀ ਬਾਉਂਡਰੀ ਆ ਉਹ, ਏਸ਼ੀਆ ਦੀ ਜਿਹੜੀ ਬਾਉਂਡਰੀ ਆ ਉਹ ਇੱਧਰ ਦੇਖੋ, ਇੱਧਰਲੀ ਸਾਈਡ ਜਿਹੜੀ ਆਹ ਆ ਗਈ ਇਹ ਤਾਂ ਵੈਸਟ ਸਾਈਡ ਆ। ਇਹ ਕਿਹਦੇ ਨਾਲ ਲੱਗਦੀ ਆ? ਯੂਰਾਲ ਪਰਬਤ ਨਾਲ। ਠੀਕ ਹੈ ਜੀ, ਜੇ ਇੱਥੇ ਦੀ ਗੱਲ ਕਰ ਲਈਏ ਉਰੇ ਦੀ, ਅਫਰੀਕਾ ਨਾਲ, ਅਫਰੀਕਾ ਨਾਲ ਕੌਣ ਬਣਦਾ ਏਸ਼ੀਆ ਨੂੰ? ਇਹ ਹੈਗਾ ਸਵੇਜ਼ ਨਹਿਰ। ਠੀਕ ਹੈ, ਤੇ ਇੱਥੇ ਕੌਣ ਵੰਡਦਾ? ਇੱਧਰਲੀ ਈਸਟ ਸਾਈਡ ਉਹ ਹੈਗੀ ਆ ਬੇਰਿੰਗ ਸੰਧੀ, ਬੇਰਿੰਗ ਜਲ ਸੰਧੀ। ਕਲੀਅਰ ਹੈ ਜੀ? ਇਹ ਏਸ਼ੀਆ ਨੂੰ ਆਪ ਅੱਡ ਅੱਡ ਭਾਗਾਂ ਦੇ ਵਿੱਚ ਵੰਡਦੇ ਆ। ਇਸ ਤੋਂ ਬਾਅਦ ਜਿਹੜਾ ਅਗਲੇ ਕੁਐਸਚਨ ਆ ਏਸ਼ੀਆ ਤੋਂ ਬਣਦੇ ਨੇਗੇ, ਉਹ ਕਿਹੜੇ ਨੇਗੇ? ਏਸ਼ੀਆ ਦਾ ਜਿਹੜਾ ਜਿਹਨੂੰ ਆਪਾਂ ਪ੍ਰਾਇਦੀਪ ਬੋਲਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆ ਜਾਂਦਾ ਹੈ ਇੰਡੀਆ ਬਾਰੇ। ਆ ਪਿਆ ਪੂਰੇ ਦਾ ਪੂਰਾ ਇੰਡੀਆ, ਆ ਪਿਆ ਇੰਡੀਆ। ਕੁਐਸਚਨ ਆਉਂਦਾ ਹੁੰਦਾ ਇੰਡੀਆ ਗਾ ਜਿਹੜਾ ਉਹ ਕਿਹੜੇ ਮਹਾਂਦੀਪ ਦੇ ਵਿੱਚ ਪਾਇਆ ਜਾਂਦਾ ਜੀ? ਕਿਹੜੇ ਕੰਟੀਨੈਂਟ ਦੇ ਵਿੱਚ ਪਾਇਆ ਜਾਂਦਾ? ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਏਸ਼ੀਆ ਗਾ, ਇੰਡੀਆ ਕਿਹੜੇ ਮਹਾਂਦੀਪ 'ਚ ਪਾਇਆ ਜਾਂਦਾ? ਏਸ਼ੀਆ 'ਚ ਪਾਇਆ ਜਾਂਦਾ। ਦੂਸਰਾ ਕੁਐਸਚਨ ਆਉਂਦਾ ਹੁੰਦਾ ਗਾ
ਵੀ ਜਿਹੜਾ ਇੰਡੀਆ ਗਾ ਉਹ ਏਸ਼ੀਆ ਮਹਾਦੀਪ ਦੇ ਕਿਹੜੇ ਪਾਸੇ ਪਾਇਆ ਜਾਂਦਾ, ਕਿਹੜੀ ਸਾਈਡ ਪਾਇਆ ਜਾਂਦਾ? ਨਾਰਥ ਸਾਈਡ ਪਾਇਆ ਜਾਂਦਾ, ਸਾਊਥ ਸਾਈਡ, ਈਸਟ ਸਾਈਡ ਜਾਂ ਵੈਸਟ ਸਾਈਡ? ਕਿਹੜੀ ਸਾਈਡ ਪਾਇਆ ਜਾਂਦਾ ਇਹ? ਕਿਹੜੀ ਸਾਈਡ ਆ? ਸਾਊਥ ਸਾਈਡ। ਠੀਕ ਹੈ ਜੀ। ਸਾਊਥ, ਜੇ ਸਾਊਥ ਵੈਸਟ ਆ ਗਿਆ ਤਾਂ ਵੀ ਸਹੀ ਆ, ਸਾਊਥ ਵੈਸਟ, ਵੈਸਟ ਸਾਊਥ ਇਹ ਪਤਾ ਤਾਂ ਵੀ ਸਹੀ ਆ, ਜੇ ਇਕੱਲਾ ਸਾਊਥ ਪਤਾ ਤਾਂ ਵੀ ਸਹੀ ਆ। ਸਮਝ ਲੱਗ ਗਈ ਜੀ। ਇਹ ਸਾਡੇ ਕੋਲੇ ਇੰਡੀਆ ਦਾ ਗਾ। ਅਗਲਾ ਵੀ ਇੱਥੋਂ ਕੁਐਸਚਨ ਆ ਜਿਹੜੇ ਉਹ ਬਣਦੇ ਨੇ ਪਲੇਟਿਊ ਤੇ, ਵੀ ਜਿਹੜੇ ਪ੍ਰਾਇਦੀਪੀ ਪਠਾਰ ਨੇ ਉਹ ਕਿਹੜੇ ਕਿਹੜੇ ਨੇ ਇੱਥੇ? ਪ੍ਰਾਇਦੀਪੀ ਪਠਾਰ ਕਿਹੜੇ ਕਿਹੜੇ ਨੇ? ਇੱਕ ਤਾਂ ਹੈਗਾ ਆ ਪਿਆ, ਇਹਨੂੰ ਬੋਲਦੇ ਆ ਅਰਬ ਦਾ ਪਠਾਰ। ਅਰਬ ਦਾ ਪਠਾਰ, ਜਿਹੜੀਆਂ ਅਰਬ ਕੰਟਰੀਆਂ ਨੇ ਸਾਡੀਆਂ ਉਹ ਸਾਰੀਆਂ ਇੱਥੇ ਪਈਆਂ ਨੇਗੀਆਂ। ਇਸ ਤੋਂ ਬਾਅਦ ਆਹ ਗਾ ਜਿਹੜਾ ਇੰਡੀਆ ਵਾਲਾ, ਇਹਨੂੰ ਬੋਲਦੇ ਆ ਦੱਖਣ ਦਾ ਪਠਾਰ। ਕਿਹੜਾ ਗਾ ਜੀ? ਦੱਖਣ ਦਾ ਪਠਾਰ। ਤੇ ਜਿਹੜਾ ਆਹ ਗਾ ਇਹਨੂੰ ਕੀ ਬੋਲਦੇ ਆਪਾਂ? ਇੰਡੋ ਚੀਨ ਦਾ ਪਠਾਰ। ਸਮਝ ਲੱਗ ਗਈ ਜੀ। ਇੰਡੋ ਚੀਨ ਦਾ ਪ੍ਰਾਇਦੀਪ, ਸੌਰੀ ਪਠਾਰ ਨਹੀਂ ਪ੍ਰਾਇਦੀਪ, ਪਠਾਰ ਗਲਤ ਲਿਖਿਆ ਗਿਆ ਇੱਥੇ, ਪਠਾਰ ਨਹੀਂ ਹੈਗਾ ਇਹ। ਆਹ ਗਾ ਜਿਹੜਾ ਪ੍ਰਾਇਦੀਪ ਬੋਲਾਂਗੇ ਇਹਨੂੰ ਆਪਾਂ, ਕੀ ਬੋਲਾਂਗੇ? ਅਰਬ ਦਾ ਪ੍ਰਾਇਦੀਪ, ਦੱਖਣ ਦਾ ਪ੍ਰਾਇਦੀਪ, ਪਲੇਟਿਊ ਜਿਹਨੂੰ ਬੋਲਦੇ ਆਪਾਂ ਪ੍ਰਾਇਦੀਪ। ਠੀਕ ਹੈ ਜੀ। ਸੌਰੀ ਗਲਤ ਬੋਲਿਆ ਗਿਆ ਸੀ ਇਹ। ਇਸ ਤੋਂ ਬਾਅਦ ਜਿਹੜੀ ਅਗਲਾ ਕੁਐਸਚਨ ਆਉਂਦਾ ਉਹ ਆਉਂਦਾ ਸਭ ਤੋਂ ਵੱਡੀ ਮਾਊਂਟੇਨ ਤੇ। ਇੱਥੇ ਮਾਊਂਟੇਨ ਕਿਹੜੀ ਹੈਗੀ? ਮਾਊਂਟੇਨ ਕਿਹੜੀ ਹੈ ਇੱਥੇ? ਮਾਊਂਟੇਨ ਜੇ ਪੁੱਛ ਲਿਆ ਜਾਵੇ ਤੇ ਸਭ ਤੋਂ ਵੱਡੀ ਮਾਊਂਟੇਨ ਦਾ ਨਾਮ ਹੈਗਾ ਗਾ ਮਾਊਂਟ ਐਵਰੈਸਟ। ਸੌਰੀ ਮਾਊਂਟ ਐਵਰੈਸਟ ਤਾਂ ਉੱਚੀ ਚੋਟੀ ਹੈ, ਇਹਦਾ ਨਾਮ ਹੈਗਾ ਹਿਮਾਲਿਆ। ਕੀ ਹੈਗਾ? ਹਿਮਾਲਿਆ। ਹਿਮਾਲਿਆ ਦੀ ਤੁਹਾਨੂੰ ਸਭ ਤੋਂ ਉੱਚੀ ਚੋਟੀ ਦਾ ਨਾਮ ਪੁੱਛ ਲਿਆ, ਉਹ ਕਿਹੜੀ ਆ? ਉਹ ਹੈਗੀ ਆ ਮਾਊਂਟ ਐਵਰੈਸਟ। ਮਾਊਂਟ ਐਵਰੈਸਟ ਆ ਜਿਹੜੀ ਇੱਥੋਂ ਦੀ ਕੀ ਹੈਗੀ? ਸਭ ਤੋਂ ਉੱਚੀ ਚੋਟੀ ਆ। ਇਹਦੀ ਹਾਈਟ ਕਿੰਨੀ ਆ? ਉਹ ਹੈਗੀ ਆ 8848 ਕਿਲੋਮੀਟਰ। ਇਹਦੇ 8848 ਹੈ ਜਿਹੜਾ ਪੁਆਇੰਟ 86 ਵੀ ਹੈ, 8848.86 ਇਹ ਸਹੀ ਹੈ ਨਾਲ। ਠੀਕ ਹੈ ਜੀ। ਇਹ ਕਾਹਦੇ ਵਿੱਚ ਆ? ਇਹ ਕਿਲੋਮੀਟਰਾਂ ਦੇ ਵਿੱਚ ਨਹੀਂ ਆਉਂਦੀ। ਕਾਹਦੇ ਵਿੱਚ? ਕਿਲੋਮੀਟਰਾਂ ਦੇ ਵਿੱਚ ਨਹੀਂ ਹੁੰਦੀ ਇਹ ਜਿਹੜੀ, ਇਹ ਹੁੰਦੀ ਆ ਮੀਟਰਾਂ ਦੇ ਵਿੱਚ। ਜਿਹੜੀ ਹਾਈਟ ਹੁੰਦੀ ਆ ਉਹ ਕਾਹਦੇ ਵਿੱਚ ਹੁੰਦੀ ਆ? ਮਾਪੀ ਜਾਂਦੀ ਆ ਮੀਟਰਾਂ ਦੇ ਵਿੱਚ। ਜਿਹੜੀ ਇਹ ਮਾਊਂਟ ਐਵਰੈਸਟ ਆ ਇਹ ਪੁੱਛਿਆ ਜਾਂਦਾ ਕਿੱਥੇ ਆ? ਇਹ ਹੈਗੀ ਆ ਨੇਪਾਲ ਦੇ ਵਿੱਚ। ਠੀਕ ਹੈ ਜੀ। ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਨੂੰ ਕਾਹਦੇ ਨਾਮ ਨਾਲ ਜਾਣਿਆ ਜਾਂਦਾ? ਸਾਗਰ ਮਾਥਾ। ਨੇਪਾਲ ਦੇ ਵਿੱਚ ਮਾਊਂਟ ਐਵਰੈਸਟ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ? ਸਾਗਰ ਮਾਥਾ। ਠੀਕ ਹੈ ਜੀ। ਤੇ ਇੱਥੇ ਏਸ਼ੀਆ ਦੇ ਵਿੱਚ ਸਭ ਤੋਂ ਉੱਚਾ ਪਠਾਰ ਆ ਜਿਹੜਾ ਉਹ ਹੈਗਾ ਤਿੱਬਤ ਦਾ ਪਠਾਰ। ਸਭ ਤੋਂ ਉੱਚਾ ਜਿਹੜਾ ਪਠਾਰ ਆ ਉਹ ਕਿਹੜਾ ਪਠਾਰ ਆ? ਤਿੱਬਤ ਦਾ ਪਠਾਰ। ਪਠਾਰ ਕੀ ਹੁੰਦਾ ਗਾ ਸਾਡੇ ਕੋਲੇ? ਤਿੱਬਤ ਦਾ ਪਠਾਰ ਆ ਜਿਹੜਾ ਸਭ ਤੋਂ ਉੱਚਾ ਪਠਾਰ ਆ। ਮੰਨ ਲਓ ਵੀ ਆਹ ਮਾਊਂਟੇਨ ਆ, ਮਾਊਂਟੇਨ ਨੂੰ ਆਹ ਮਾਊਂਟੇਨ ਆ ਪੂਰੀ ਦੀ ਪੂਰੀ ਮਾਊਂਟੇਨ ਆ ਜਿਹੜੀ, ਇਹਦਾ ਆਪਾਂ ਉੱਪਰਲਾ ਪਾਸਾ ਆਹ ਕੱਟ ਦਈਏ। ਠੀਕ ਹੈ। ਮਾਊਂਟੇਨ ਦਾ ਆਪਾਂ ਨੇ ਉੱਪਰਲਾ ਭਾਗ ਕੱਟਤਾ ਆਹ, ਤੇ ਆਹ ਰਹਿ ਗਿਆ, ਇਹ ਪਠਾਰ ਬਣ ਜਾਂਦਾ ਹੁੰਦਾ ਇਹ ਕਰਕੇ। ਜਿਹੜੀ ਆਹ ਮਾਊਂਟੇਨ ਸੀ ਆਹ ਕੱਟੀ ਗਈ ਕਿਸੇ ਨਾ ਕਾਰਨ ਕਰਕੇ, ਤੇ ਆਹ ਜਿਹੜਾ ਥੱਲੇ ਵਾਲਾ ਭਾਗ ਰਹਿ ਗਿਆ ਪਠਾਰ ਰਹਿ ਗਿਆ। ਇੱਥੇ ਸਭ ਤੋਂ ਉੱਚਾ ਪਠਾਰ ਕਿਹੜਾ ਹੈਗਾ? ਤਿੱਬਤ ਦਾ ਪਠਾਰ। ਤਿੱਬਤ ਦਾ ਪਠਾਰ ਆ ਜਿਹੜਾ ਸਭ ਤੋਂ ਉੱਚਾ ਪਠਾਰ ਆ ਜੀ। ਇਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਜੇ ਤੁਹਾਨੂੰ ਪੁੱਛ ਲਿਆ ਏਸ਼ੀਆ ਦਾ, ਇਹ ਤਾਂ ਵਿਸ਼ਵ ਦਾ ਗਾ, ਵਿਸ਼ਵ ਦਾ ਗਾ ਇਹ ਤਿੱਬਤ ਦਾ ਪਠਾਰ ਆ ਜਿਹੜਾ। ਵਿਸ਼ਵ ਦਾ ਸਭ ਤੋਂ ਉੱਚਾ ਪਠਾਰ ਕਿਹੜਾ ਹੈਗਾ? ਤਿੱਬਤ ਦਾ ਪਠਾਰ। ਠੀਕ ਹੈ। ਜੇ ਏਸ਼ੀਆ ਦਾ ਪੁੱਛ ਲਿਆ ਤਾਂ ਏਸ਼ੀਆ ਦਾ ਹੈਗਾ ਪਾਮੀਰ ਦਾ ਪਠਾਰ। ਏਸ਼ੀਆ ਦਾ ਸਭ ਤੋਂ ਉੱਚਾ ਪਠਾਰ ਕਿਹੜਾ ਹੈਗਾ? ਪਾਮੀਰ ਦਾ
पठार हैगा वो एशिया का सब तो उच्चा पठार है जी। समझ लग गई जी। इस तो बाद जड़ियाँ नदियाँ साढ़े कोले आउंदियां ने, नदियाँ बारे क्वेश्चन आ जाता भी इत्थों की सब तो लंबी नदी, एशिया की सब तो लंबी नदी किहड़ी आ। एशिया कर रहे हैं, एशिया नूं मिनीमाइज़ कर लैंदे इत्थे। एशिया की जिहड़ी सब तो वड्डी नदी आ वो हैगी आ इत्थों ऐ चलदी आ चलदी है इत्थों करके। इहदा नाम की आ, इहदा नाम हैगा यांगसी। किहड़ी नदी आ? यांगसी। एशिया की सब तो लंबी नदी आ वो किहड़ी आ? यांगसी। किहड़ी नदी है जी? यांगसी नदी इत्थों की सब तो लंबी नदी आ। ते इत्थों का जिहड़ा डूंगा सागर आ वो हैगा मृत सागर। एशिया का सब तो डूंगा सागर किहड़ा गा? मृत सागर आ। ते गहरी झील आ जिहड़ी, एशिया की सब तो गहरी झील आ जिहड़ी, उहदा नाम की आ? उहदा नाम हैगा बैकाल। एशिया की सब तो गहरी झील का नाम की है जी? उहदा नाम हैगा बैकाल। एशिया की सब तो वड्डी झील आ जिहड़ी, वड्डी झील आ जिहड़ी एशिया की, उहदा नाम की आ पई आ कैस्पियन सागर। उहदा नाम की आ? कैस्पियन सागर। जिहड़ी सब तो लंबी नदी आ वो किहड़ी आ? यांगसी आ। बैकाल आ जिहड़ी वो की आ? गहरी झील आ। ठीक है जी। कैस्पियन सागर आ सब तो वड्डी झील आ। क्लीयर है जी। ते इत्थे जिहड़ा सब तो वध जिहड़े जंगल पाए जाते हैं एशिया दे विच, ओह इंडिया का जिहड़ा एक स्थान आ मासीन राम, मेघालय दे विच आ। इत्थे माशीन राम दे विच सब तो ज़्यादा की पाए जाते हैं? जंगल पाए जाते हैं। क्लीयर है जी। होर की क्वेश्चन बन जाते हैं इत्थे। एक क्वेश्चन आता हुंदा महावेली गंगा। तो गंगा तो आपां नूं पता ही है, गंगा कित्थे बहंदी है? इंडिया दे विच बहंदी है गंगा। ठीक है। गंगा जे तुहानूं पुछ लिया जाता है महावेली गंगा, महावेली गंगा कित्थे बहंदी आ? महावेली गंगा, महावेली गंगा की जिहड़ी बहंदी है श्रीलंका दे विच। कित्थे बहंदी है जी? श्रीलंका दे विच। किहड़ी नदी आ? महावेली गंगा। तो सब तो ज़्यादा डाकघर भी कित्थे पाए जाते हैं? भारत दे विच। एशिया का सब तो ज़्यादा डाकघर कित्थे पाए जाते हैं? भारत दे विच। ते जिहड़ा रबड़ आ, रबड़ सब तो ज़्यादा कित्थे मिलदा गा? रबड़ मिलदा गा थाईलैंड दे विच। कित्थे मिलदा गा? थाईलैंड दे विच। रबड़ आ जिहड़ा इत्थे आ थाईलैंड आ, इत्थे रबड़ आ जिहड़ा सब तो ज़्यादा मिलदा। रबड़ दीयां जिहड़ियां रबड़ दीयां सड़कां ने थाईलैंड दे विच नेगियां जी। क्लीयर है जी। इस तो बाद होर की हैगा जिहड़ा सब तो गर्म स्थान है इत्थे एशिया का सब तो गर्म स्थान आ मोहन जोदड़ो। एशिया का सब तो गर्म स्थान आ जिहड़ा मोहनजोदड़ो आ। इत्थे टैंपरेचर कितना जी? पाकिस्तान दे विच 53.5 सैल्सियस। ठीक है जी। तो एशिया का सब तो ठंडा स्थान किहड़ा गा? वो हैगा उपर साइबेरिया। किहड़ा गा? साइबेरिया। एशिया का सब तो ठंडा स्थान है। इत्थे जिहड़ा टैंपरेचर आ वो -69 चला जाता है। ठीक है जी। एशिया का जिहड़ा सब तो ठंडा स्थान है। जिहड़ा सब तो ज़्यादा नहरां राहीं सिंचाई कौन करदा गा? नहरां राहीं सिंचाई करदा पाकिस्तान। पाकिस्तान आ जिहड़ा ये सब तो ज़्यादा की करदा गा? नहरां राहीं सिंचाई करदा जी। समझ लग गई जी। तो अगे आपां कीता सीगा भी जिहड़ा माउंट एवरेस्ट बारे पढ़िया सी कुछ आपां ने भी दुनिया की सब तो उच्ची चोटी है जिहड़ी वो कित्थे पाई जाती है? एशिया दे विच पाई जाती है। एशिया इत्थों हिमालय पर्बत ते आ। ठीक है जी। नेपाल दे विच
ਕਿਹੜੀ ਆ? ਮਾਊਂਟ ਐਵਰੈਸਟ। ਠੀਕ ਹੈ ਜੀ, ਮਾਊਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਆ। ਇਹਦੇ ਤੇ ਸਭ ਤੋਂ ਪਹਿਲੀ ਲੇਡੀ ਕੌਣ ਚੜੀ ਸੀ? ਸਭ ਤੋਂ ਪਹਿਲਾ ਲੇਡੀ ਚੜੀ ਸੀ ਜੁਕੋ ਤਬਈ। ਜੁਕੋ ਤਬਈ ਆ ਜਿਹੜੀ, ਉਹ 1975 ਦੇ ਵਿੱਚ ਚੜੀ ਸੀਗੀ। ਲੇਡੀ ਚੜੀ ਹੈ ਜਿਹੜੀ, ਉਹ ਕਿੱਥੋਂ ਦੀ ਸੀਗੀ? ਉਹ ਹੈਗੀ ਆ ਜਾਪਾਨ ਦੀ। ਕਿੱਥੋਂ ਦੀ ਆ ਉਹ? ਜਾਪਾਨ ਦੀ ਆ ਜੀ। ਤੇ ਇਸ ਤੋਂ ਬਾਅਦ ਜਿਹੜੀ ਦੁਨੀਆ ਦੀ ਆ, ਇਹ ਜਿਹੜੀ ਭਾਰਤ ਦੀ ਲੇਡੀ ਚੜੀ ਆ, ਭਾਰਤ ਦੀ ਲੇਡੀ ਦਾ ਨਾਮ ਕੀ ਆ? ਉਹਦਾ ਨਾਮ ਹੈਗਾ ਬਸ਼ੇਂਦਰੀ ਪਾਲ। ਬਸ਼ੇਂਦਰੀ ਪਾਲ ਭਾਰਤ ਦੀ 1984 ਦੇ ਵਿੱਚ ਚੜੀ ਆ ਜੀ। ਸਮਝ ਲੱਗ ਗਈ? ਬਸ਼ੇਂਦਰੀ ਪਾਲ ਆ ਜਿਹੜੀ ਭਾਰਤ ਦੀ ਪਹਿਲੀ ਮਹਿਲਾ ਜਿਹੜੀ ਮਾਊਂਟ ਐਵਰੈਸਟ ਤੇ ਚੜੀ ਆ 1984 ਦੇ ਵਿੱਚ। ਠੀਕ ਹੈ ਜੀ। ਤੇ ਇੱਕ ਹੈਂਡੀਕੈਪਟ ਜਿਹਦੀ ਲੱਤ ਨਹੀਂ ਸੀਗੀ, ਉਹ ਚੜੀ ਆ ਅਰੁਣਿਮਾ ਸਿਨਹਾ। ਉਹਦਾ ਨਾਮ ਕੀ ਆ? ਅਰੁਣਿਮਾ ਸਿਨਹਾ। ਇਹਨੂੰ ਸਰਚ ਕਰਿਓ ਅਰੁਣਿਮਾ ਸਿਨਹਾ ਨੂੰ। ਅਰੁਣਿਮਾ ਸਿਨਹਾ ਜਦੋਂ ਭਰੋਂਗੇ ਇਹਦੀ ਇੰਟਰਵਿਊ ਆ ਜਾਊਗੀ, ਉਹ ਸੁਣ ਕੇ ਦੇਖਿਓ, ਬੜੀ ਵਧੀਆ ਇਹਦੀ ਇੰਟਰਵਿਊ ਆ। ਵੀ ਹੈਂਡੀਕੈਪਟ ਆ ਇਹ, ਕਿਵੇਂ ਚੜੀ ਆ, ਉਹ ਤੁਹਾਨੂੰ ਸਾਰਾ ਕੁਝ ਦੱਸਦੀ ਆ ਇਹ। ਠੀਕ ਹੈ ਜੀ। ਤੇ ਅੱਜ ਲਈ ਜਿਹੜਾ ਅੱਜ ਆਪਾਂ ਏਸ਼ੀਆ ਕੀਤਾ ਗਾ, ਏਸ਼ੀਆ ਦੇ ਵਿੱਚ ਆਹੀ ਕੁਛ ਸੀਗਾ। ਤੁਹਾਨੂੰ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਹੈਗਾ, ਸਾਰੇ ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਗਾ। ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਗਾ। ਜੇ ਕੁਛ ਫਿਰ ਵੀ ਨਾ ਪਤਾ ਲੱਗਿਆ ਤਾਂ ਫਿਰ ਵੀ ਤੁਸੀਂ ਨੀਚੇ ਦਿੱਤੇ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਜੇ ਤਿਆਰੀ ਕਰਨੀ ਆ, ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋਗੇ ਤਾਂ ਅਕੈਡਮੀ ਨੂੰ ਜੁਆਇਨ ਕਰੋ। ਨੀਚੇ ਦਿੱਤੇ ਜਿਹੜੇ ਨੰਬਰ ਨੇਗੇ ਉਹਨਾਂ 'ਤੇ ਸੰਪਰਕ ਕਰੋ। ਧੰਨਵਾਦ ਜੀ।